ओम शांति सत श्री अकाल जी। मैं अमरजीत कौर दुआ फ्रॉम थाईलैंड फिर आप जी ਦੇ ਨਾਲ ਜਪਜੀ ਸਾਹਿਬ ਦੇ ਇਸ ਐਪੀਸੋਡ ਵਿੱਚ ਇੱਕ ਓਂਕਾਰ ਇੱਕ ਪਰਮਾਤਮਾ ਦੀ ਇਹ ਸੈਸ਼ਨਸ ਦੇ ਵਿੱਚ ਆਪਾਂ ਵਿਆਖਿਆ ਕਰ ਰਹੇ ਹਾਂ, ਸਿਮਰਨ ਕਰ ਰਹੇ ਹਾਂ ਤੇ ਹੁਣ ਆਪਾਂ ਰਲ ਮਿਲ ਕੇ ਦੁਬਾਰਾ असंख ਦੇ ਪੌੜੀਆਂ ਚੱਲ ਰਹੇ ਨੇ ਤੇ ਪਿਛਲੇ 2 असंख ਦੇ ਪੌੜੀ ਅਸੀਂ ਕਰ ਚੁੱਕੇ ਹਾਂ। ਪੌੜੀ ਨੰਬਰ 16 ਤੇ ਪੌੜੀ ਨੰਬਰ 17। असंख मतलब ਕਿ ਕਿੰਨੇ ਲੋਕ ਕੀ ਕਰ ਰਹੇ ਨੇ ਗੁਰੂ ਜੀ ਇਹ ਦੱਸ ਰਹੇ ਸਨ ਤੇ ਇਹ 2 ਪੌੜੀਆਂ ਵਿੱਚ ਕਾਫੀ ਰਿਚੁਅਲਿਸਟਿਕ ਗੱਲਾਂ ਹੋਈਆਂ ਨੇ ਜਿਹੜਾ ਕਿ ਅਸੀਂ ਉਸ ਦੇ ਵਿੱਚ ਫਸਣਾ ਨਹੀਂ ਔਰ ਹਾਰ ਕੇ ਅਸੀਂ ਸਿਮਰਨ ਵੀ ਕੀਤਾ ਹੈ ਲਾਸਟ ਪਿਛਲੇ ਐਪੀਸੋਡ ਦੇ ਐਂਡਿੰਗ ਵਿੱਚ ਅਤੇ ਅਸੀਂ ਮਤਲਬ ਜਾਣ ਚੁੱਕੇ ਹਾਂ ਕਿ ਰੱਬ ਨੂੰ ਪਾਉਣ ਦਾ ਰਾਹ ਇੱਕ ਹੀ ਹੈ, ਮਤਲਬ ਉਸ ਨੂੰ ਯਾਦ ਕਰਨਾ। ਪਰ ਉਸ ਦੀ ਪਹਿਚਾਣ ਹੋਈ, ਆਪਣੀ ਪਹਿਚਾਣ ਹੋਏਗੀ ਤਾਂ। ਅਤੇ ਇਸ ਪੌੜੀ ਵਿੱਚ ਗੁਰੂ ਹੋਰ ਕਹਿ ਰਹੇ ਨੇ ਕਿ ਅਲੱਗ ਅਲੱਗ ਲੋਕ ਕੀ ਕਰ ਰਹੇ ਨੇ ਅਤੇ ਚਲੋ ਗੁਰੂ ਜੀ ਦਾ ਥੋਟ ਪ੍ਰੋਸੈਸ ਵੇਖੀਏ ਅਤੇ ਆਪਾਂ ਪੜ੍ਹੀਏ। ਹੁਣ ਫਿਰ ਮੈਂ ਕਹਾਂਗੀ, ਯਾਦ ਦਿਲਾਵਾਂਗੀ ਕਿ ਰਲ ਮਿਲ ਕੇ ਆਪਣੇ ਮਨ ਦੀ ਅਵਸਥਾ ਨੂੰ ਪਹਿਲਾਂ ਠੀਕ ਕਰੀਏ, ਇਕਾਗਰ ਕਰੀਏ। ਇਹ 20 ਮਿੰਟ ਨੂੰ ਅਸੀਂ ਕੁਛ ਨਾ ਕਰੀਏ, ਸਿਰਫ ਅਕਾਲ ਪੁਰਖ ਦੇ ਹੁਕਮ ਸੁਣਨ ਅਤੇ ਮੰਨਣ ਅਤੇ ਚਿੱਤ ਕਰਨ ਦੇ ਵਿੱਚ ਲਗਾਈਏ ਅਤੇ ਮਨ ਦੇ ਸਕਰੀਨ ਦੇ ਉੱਤੇ ਆਪਣੇ ਆਪ ਨੂੰ ਆਤਮਾ ਸਮਝ ਕੇ ਉਸ ਇੱਕ ਓਂਕਾਰ ਨੂੰ ਸਮਝ ਕੇ ਕਿ ਉਹਦੇ ਨਾਲ ਉਹ ਮੇਰੇ ਕੋਲ ਹੈ, ਮੈਂ ਉਸ ਦੇ ਨਾਲ ਉਸ ਦੇ ਕੋਲ ਮੈਂ ਉਸ ਦੇ ਨੇੜੇ ਪਹੁੰਚ ਗਈ ਹਾਂ, ਉਸ ਦੇ ਕੋਲ ਚਲੀ ਗਈ ਹਾਂ ਅਤੇ ਉਸ ਦੇ ਨਾਲ ਮਿਲ ਕੇ ਮਨ ਦੀ ਤਸਵੀਰ ਉਹ ਟਿਕ ਜਾਏ। ਫਿਰ ਰਲ ਕੇ ਇਹ ਪੌੜੀ ਨੰਬਰ 18 ਪੜ੍ਹੀਏ। असंख मूर्ख अंधकोर, असंख चोर हराम खोर, असंख अमर कर जाहे जोर, असंख गलवड हत्या कमाए, असंख पापी पाप कर जाहे, असंख कुड़ियार कुड़े फिराए, असंख मलेच मल पक खाए। ਇੱਥੇ ਗੁਰੂ ਜੀ ਬਹੁਤ ਹੀ ਜ਼ੋਰ ਦੇ ਨਾਲ ਨੈਗੇਟਿਵਿਟੀਜ਼ ਦੱਸ ਰਹੇ ਨੇ ਕਿ ਦੁਨੀਆ ਵਿੱਚ ਕਿੰਨੇ ਕੀ ਲੋਕ ਕਰਦੇ ਨੇ। ਅਤੇ ਚਲੋ ਇੰਗਲਿਸ਼ ਟਰਾਂਸਲੇਸ਼ਨ ਦੇਖ ਲਈਏ ਇੱਕ ਵਾਰੀ। Yet unaccountable are those that are foolishly blind, and uncountable those thieves that rob even those that are kind. Unaccountable are those that die imposing their power and will on all mankind. Countless are the cutthroats and murderers. Countless are those that sin and depart from this world as sinners. Unaccountable are those that lie and wander in illusion. Unaccountable are those that are dirty with bad thoughts and partake filth as their ration. ਇੱਥੇ ਜਿਸ ਤਰ੍ਹਾਂ ਆਪ ਜੀ ਨੇ ਸੁਣਿਆ ਕਿ ਇੰਨੀ ਗੁਰੂ ਜੀ ਨੇ ਨੈਗੇਟਿਵਿਟੀਜ਼ ਜੋ ਹੋ ਰਹੀ ਹੈ ਦੁਨੀਆ ਵਿੱਚ ਉਹਨਾਂ ਦੇ ਬਾਰੇ ਸਾਨੂੰ ਦੱਸ ਰਹੇ ਨੇ। ਗੁਰੂ ਜੀ ਦਾ ਦੱਸਣ ਦਾ ਜ਼ਰੂਰ ਕੋਈ ਮਕਸਦ ਹੋਗਾ, ਮਤਲਬ ਹੋਗਾ ਜਿਹੜਾ ਕਿ ਇਸ ਪੌੜੀ ਦੇ ਐਂਡਿੰਗ 'ਤੇ ਆਪਾਂ ਸਮਝਾਂਗੇ। ਪਹਿਲਾਂ ਅਸੀਂ ਸ਼ੁਰੂ ਵਿੱਚ ਇਹ ਸਮਝੀਏ ਕਿ ਗੁਰੂ ਜੀ ਕੀ ਦੱਸ ਰਹੇ ਨੇ। असंख मूर अंध कोर मतलब दुनिया ਵਿੱਚ ਕਿੰਨੇ ਲੋਕ ਨੇ ਜਿਹੜਾ ਕਿ ਅੰਨੇ ਨੇ ਜਾਂ ਅੰਨੇ ਵਰਗਾ ਗਲਤ ਕੰਮ ਕਰੀ ਜਾ ਰਹੇ। ਅੰਧਕੋਰ, असंख ਚੋਰ ਹਰਾਮ ਖੋਰ ਅਤੇ ਕਈ ਹੈ ਨੇ ਜਿਹੜਾ ਕਿ ਚੋਰ ਨੇ, ਡਾਕੂ ਨੇ ਅਤੇ ਹਰਾਮ ਖੋਰ ਨੇ। ਮਤਲਬ ਕਿ ਇੰਨੇ ਬੁਰੇ ਸ਼ਬਦ ਗੁਰੂ ਜੀ ਯੂਜ਼ ਕਰ ਰਹੇ ਨੇ ਕਿ ਇਹੋ ਜਿਹੇ ਵੀ ਲੋਕ ਦੁਨੀਆ ਵਿੱਚ ਹੈਗਾ ਨੇ ਜਿਹੜਾ ਕਿ ਅੱਛੇ ਲੋਕਾਂ ਨੂੰ ਵੀ ਚੋਰੀ ਕਰਦੇ ਨੇ, ਆਪਣੇ ਮਾਲਕ ਦਾ ਵੀ ਚੋਰੀ ਕਰਦੇ ਨੇ। ਮਤਲਬ ਨਮਕ ਹਰਾਮ ਇਸ ਤਰ੍ਹਾਂ ਕਰਕੇ ਮਤਲਬ ਇਹੋ ਜਿਹੇ ਵੀ ਬੰਦੇ ਨੇ ਕਿ ਚੰਗੇ ਲੋਕਾਂ ਦਾ ਵੀ ਡਾਕਾ ਚੋਰੀ ਕਰਦੇ ਨੇ। असंख ਅਮਰ ਕਰ ਜਾਹੇ ਜੋਰ ਅਤੇ ਕਈ ਇਹੋ ਜਿਹੇ ਲੋਕ ਵੀ ਨੇ ਜਿਹੜਾ ਕਿ ਆਪਣੇ ਜ਼ੋਰ ਦੁਨੀਆ ਦੇ ਵਿੱਚ ਜ਼ੋਰ ਨਾਲ ਕਿਸੇ ਨੂੰ ਕਾਬੂ ਕਰਨਾ, ਜ਼ੋਰ ਦੇ ਨਾਲ ਆਪਣੇ ਆਪ ਨੂੰ ਬੜਾ ਹੁਸ਼ਿਆਰ ਸਮਝਣਾ, ਜ਼ੋਰ ਲਗਾ ਕੇ ਆਪਣਾ ਮਨਮਤ ਕਰਦੇ ਨੇ।
ਤਾਂ ਇੱਥੇ ਲੋਕ ਕਹਿੰਦੇ ਕਿ ਆਪਣੇ ਪਾਵਰਸ ਆਪਣੇ ਵਿਲ ਨੂੰ ਇੰਪੋਜ਼ ਕਰਦੇ ਨੇ ਦੁਨੀਆ ਦੇ ਉੱਤੇ। ਮਤਲਬ ਅਸੀਂ ਸੁਣਦੇ ਹਾਂ ਕਈ, ਜਿਵੇਂ ਕਿ ਹਿਸਟਰੀ ਵਿੱਚ ਵੀ ਅਸੀਂ ਸੁਣਦੇ ਹਾਂ ਰਾਜਾ ਵਗੈਰਾ ਅਤੇ ਗਵਰਮੈਂਟਸ ਵਗੈਰਾ ਕਾਫੀ ਦੁਨੀਆ ਗਰੀਬਾਂ ਦੇ ਉੱਤੇ ਬਹੁਤ ਹੀ ਅੱਛੇ ਅਤਿਆਚਾਰ ਕਰਨ ਵਾਲੇ ਬਹੁਤ ਨੇ। ਅਤੇ ਇਸ ਤਰ੍ਹਾਂ ਹਿਸਟਰੀ ਵਿੱਚ ਵੀ ਬਹੁਤ ਕਿੱਸੇ ਹੋ ਚੁੱਕੇ। ਅਤੇ ਅੱਜ ਕੱਲ੍ਹ ਦੁਨੀਆ ਵਿੱਚ ਵੀ ਅਸੀਂ ਵੇਖ ਸਕਦੇ ਹਾਂ ਕਿ ਕਾਫੀ ਲੋਕ ਨੇ ਜੋ ਆਪਣਾ ਜ਼ੋਰ ਸ਼ਾਇਦ ਇੰਨਾ ਜ਼ਾਲਿਮ ਨਾਲ ਨਹੀਂ, ਪਰ ਆਪਣਾ ਜ਼ੋਰ ਜਤਾਉਣ ਦੀ ਕੋਸ਼ਿਸ਼ ਕਰਦੇ ਨੇ। ਔਰ ਮੈਂ ਕਹਿੰਦੀ ਹਾਂ ਸੂਖਸ਼ਮ ਤੌਰ 'ਤੇ ਅਸੀਂ ਸਾਰੇ ਆਪਣੇ ਆਪ ਨੂੰ ਸਹੀ ਸਮਝਦੇ ਹਾਂ ਅਤੇ ਇਸ ਵਾਸਤੇ ਅਸੀਂ ਆਪਣਾ ਜ਼ੋਰ ਆਪਣੇ ਅਜ਼ੀਜ਼ ਦੇ ਉੱਤੇ ਜ਼ਰੂਰ ਕਿਧਰੇ ਨਾ ਕਿਧਰੇ ਪਾਉਂਦੇ ਹਾਂ। ਅਸੀਂ ਸਮਝਦੇ ਹਾਂ ਕਿ ਸਾਡਾ ਹੱਕ ਹੈ ਉਹਨਾਂ ਦੇ ਉੱਤੇ ਅਤੇ ਅਸੀਂ ਕਿਸੇ ਤਰ੍ਹਾਂ ਆਪਣਾ ਜ਼ੋਰ ਉਹਨਾਂ 'ਤੇ ਪਾਉਂਦੇ ਹਾਂ। ਅਤੇ ਖਿਆਲ ਕਰਿਓ ਇੱਥੇ ਗੁਰੂ ਜੀ ਇਹ ਨੈਗੇਟਿਵਿਟੀਜ਼ ਦੀ ਗੱਲ ਕਰ ਰਹੇ ਨੇ ਅਤੇ ਇਹੋ ਜਿਹਾ ਮਤਲਬ ਅਸੀਂ ਬਣਨਾ ਨਹੀਂ, ਪਰ ਹਾਂ ਇਹਨਾਂ ਨੂੰ ਦੇਖ ਕੇ ਅਸੀਂ ਬੁਰਾ ਨਹੀਂ ਕਹਿਣਾ, ਪਰ ਫਿਰ ਵੀ ਅਸੀਂ ਇਸ ਤਰ੍ਹਾਂ ਬਣਨਾ ਨਹੀਂ, ਕਿਸੇ ਦੇ ਉੱਤੇ ਆਪਣਾ ਜ਼ੋਰ ਜ਼ਬਰਦਸਤੀ ਨਹੀਂ ਪਾਉਣੀ। ਅਸੰਗ ਗਲਵਡ ਹੱਤਿਆ ਕਮਾਏ, ਮਤਲਬ ਕਿਸੇ ਦਾ ਗਲਾ ਨੂੰ ਵੱਢ ਦਈਏ ਜਾਂ ਕਿਸੇ ਦਾ ਹੱਤਿਆ ਕਰ ਰਹੀਏ, ਇਹੋ ਜਿਹੀ ਗੱਲ ਗੁਰੂ ਕਰ ਰਹੇ ਨੇ ਕਿ ਇੰਨੇ ਭੈੜੇ ਲੋਕ ਅਸੰਖ ਨੇ, ਮਤਲਬ ਬਹੁਤ ਨੇ। ਅਸੰਖ ਪਾਪੀ ਪਾਪ ਕਰ ਜਾਏ, ਜਿਹੜੇ ਪਾਪੀ ਨੇ ਔਰ ਇੰਨੇ ਦੁਨੀਆ ਵਿੱਚ ਪਾਪ ਕਰਕੇ ਚਲੇ ਜਾਂਦੇ ਨੇ। ਤੋ ਪਹਿਲਾ ਗੁਰੂ 2 ਪੌੜੀਆਂ ਵਿੱਚ ਕਾਫੀ ਮਤਲਬ ਤਪ ਦੇ ਗੁਣ ਅਤੇ ਅੱਛੇ ਗੁਣ ਦੱਸੇ ਨੇ ਕਿ ਲੋਕ ਰੱਬ ਨੂੰ ਪਾਉਣ ਵਾਸਤੇ ਕੀ ਤਰੀਕੇ ਅਪਣਾਉਂਦੇ, ਭਾਵੇਂ ਰੱਬ ਨੂੰ ਪਾਉਣ ਵਾਸਤੇ, ਪਰ ਹੈ ਤਾਂ ਉਹ ਮਤਲਬ ਚੰਗੇ ਇਨਸਾਨ ਹੀ ਸਨ, ਕੋਸ਼ਿਸ਼ ਕਰ ਰਹੇ ਸਨ ਰੱਬ ਦੇ ਰਾਹ, ਗਲਤ ਤਰੀਕੇ ਅਪਣਾਉਂਦੇ ਸਨ ਪਰ ਕਮ ਸੇ ਕਮ ਰੱਬੀ ਰਾਹ 'ਤੇ ਚੱਲੇ ਸਨ। ਇਹ ਹੁਣ ਗੁਰੂ ਜੀ ਕਹਿੰਦੇ ਪਏ ਨੇ ਜਿਹੜੇ ਰੱਬੀ ਰਾਹ ਤੋਂ ਦੂਰ ਜਾਣ ਵਾਲੇ ਵੀ ਬੜੇ ਨੇ, ਜਿਹੜੇ ਅਸੀਂ ਕਹਿ ਸਕਦੇ ਕਿ ਏਥਿਸ ਨੇ, ਰੱਬ ਨੂੰ ਰੱਬ ਦੇ ਬਾਰੇ ਜਾਂ ਕਰਮ ਦੇ ਬਾਰੇ ਸਮਝਦੇ ਨੇ, ਕਿਉਂਕਿ ਕਰਮ ਨੂੰ ਜੇ ਅਸੀਂ ਸਮਝਾਂਗੇ ਤਾਂ ਅਸੀਂ ਪਾਪ ਕਿਉਂ ਕਰਾਂਗੇ, ਕਿਸੇ ਦਾ ਗਲ ਵੱਢ ਕਿਉਂ ਕਰਾਂਗੇ, ਕਿਸੇ ਦਾ ਹੱਤਿਆ ਕਿਉਂ ਕਰਾਂਗੇ। ਦੁਨੀਆ ਵਿੱਚ ਅਨਅਵੇਅਰ ਲੋਕ ਨੇ ਜਿਹੜਾ ਇਸ ਤਰ੍ਹਾਂ ਕਰ ਰਹੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਕਰਮ ਦਾ ਖਾਤਾ। ਚਲੋ ਆਪਾਂ ਦੇਖੀਏ ਗੁਰੂ ਜੀ ਕੀ ਕਹਿੰਦੇ ਨੇ। ਅਸੰਗ ਕੁੜਿਆੜ ਕੂੜੇ ਫਿਰਾਏ, ਅਸੰਗ ਮਲੇਛ ਮਲ ਪੱਕ ਖਾਏ। Countless are the cutthroats and murderers. Countless are those that sin and depart from this world as sinners. Unaccountable are those that lie and wander in illusion. ਕੂੜ ਦੇ ਵਿੱਚ ਫਸੇ ਨੇ ਔਰ ਕੂੜ ਦੇ ਵਿੱਚ ਫਿਰਦੇ ਪਏ ਨੇ, ਮਤਲਬ ਆਪਣੀ ਇਲਿਊਸ਼ਨਸ ਦੇ ਵਿੱਚ ਵੀ ਅਤੇ ਨੈਗੇਟਿਵਿਟੀ ਦੇ ਵਿੱਚ ਵੀ ਅਤੇ ਲਾਈਜ਼ ਦੇ ਵਿੱਚ ਵੀ, ਝੂਠ ਦੇ ਵਿੱਚ ਵੀ ਫਿਰ ਰਹੇ ਨੇ। ਅਤੇ ਇਸ ਤਰ੍ਹਾਂ ਬੜੇ ਲੋਕ ਨੇ ਜਿਹੜਾ ਇਸ ਤਰ੍ਹਾਂ ਕਰ ਰਹੇ ਨੇ। ਅਸੰਗ ਮਲੇਛ ਮਲ ਪੱਕ ਖਾਏ, ਔਰ ਇਹੋ ਜਿਹੇ ਲੋਕ ਵੀ ਹੈ ਨੇ ਜਿਹੜੇ ਕਿ ਗੰਦਗੀ ਖਾਂਦੇ ਨੇ। ਗੰਦਗੀ ਖਾਣ ਦੇ ਨਾਲ ਸਮਝਦੇ ਨੇ ਮਤਲਬ ਗੰਦਗੀ ਬਣਾਇਆ ਹੋਇਆ ਆਪਣਾ ਰਾਸ਼ਨ, ਆਪਣਾ ਖਾਣਾ, ਮਤਲਬ ਅਤੇ ਸਿਰਫ ਖਾਣ ਦੀ ਗੱਲ ਨਹੀਂ, ਮਤਲਬ ਆਪਣੇ ਮਨ ਵਿੱਚ ਵੀ ਗੰਦੇ ਖਿਆਲਾਂ ਰੱਖਣਾ ਵੀ ਤਾਂ ਅਸੀਂ ਕਹਿ ਸਕਦੇ, ਉਹਨੂੰ ਵੀ ਅਸੀਂ ਕਹਿ ਸਕਦੇ ਕਿ ਗੰਦੇ ਖਾਣਾ। ਤਾਂ ਇਹੋ ਜਿਹੇ ਪੰਕਤੀ ਮਨ ਦੀ ਅਵਸਥਾ ਵੀ ਹੋ ਸਕਦੀ ਹੈ ਅਤੇ ਹਕੀਕਤ ਵਿੱਚ ਜਿਹੜਾ ਜ਼ਿੰਦਗੀ ਅਸੀਂ ਬਿਤਾ ਰਹੇ ਉਹਦੀ ਵੀ ਗੱਲ ਹੋ ਸਕਦੀ ਹੈ। ਦੋਨੋਂ ਮਤਲਬ ਇਹੋ ਜਿਹੀਆਂ ਗੱਲਾਂ ਅਸੀਂ ਸਮਝ ਸਕਦੇ ਹਾਂ। ਅਤੇ ਚਲੋ ਅੱਗੋਂ ਦੇਖੀਏ ਕਿ ਗੁਰੂ ਜੀ ਕੀ ਕਹਿ ਰਹੇ ਨੇ, ਤਾਂ ਕਿ ਅਸੀਂ ਸਮਝੀਏ ਗੁਰੂ ਜੀ ਨੇ ਇਹੋ ਜਿਹੀ ਗੱਲਾਂ ਉਹਨਾਂ ਦਾ ਕਰਨ ਦਾ ਮਕਸਦ ਕੀ ਹੈ। ਅਸੰਖ ਨਿੰਦਕ ਸਿਰ ਕਰੇ ਪਾਰ, ਅਸੰਖ ਨੀਚ ਕਹੇ ਵਿਚਾਰ। ਵਾਰੇ ਨ ਜਾਵਾ ਇੱਕ ਵਾਰ, ਜੋ ਤੁਧ ਪਾਵੈ ਸਹੀ ਭਲੀਕਾਰ। ਤੂੰ ਸਦਾ ਸਲਾਮਤ ਨਿਰੰਕਾਰ। Countless are those that slander others too, and as such carry their burdens on their own heads too. There's so many more bad doers beyond description. How can I even begin to account for anything in your massive creation? ਇੱਥੇ ਗੁਰੂ ਜੀ ਫਿਰ 1-2 ਹੋਰ ਗੱਲਾਂ ਕਰ ਰਹੇ ਨੇ ਕਿ ਅਸੰਖ ਨਿੰਦਕ ਸਿਰ ਕਰੇ ਪਾਰ, ਮਤਲਬ ਕਿ ਦੂਜਿਆਂ ਦੀ ਨਿੰਦਿਆ ਕਰਨ ਵਾਲੇ ਅਤੇ ਆਪਣੇ ਸਿਰ ਦੇ ਉੱਤੇ ਇਹੋ ਜਿਹਾ ਖਾਤਾ ਕਰਮ ਦਾ ਚੁੱਕਿਆ ਹੋਇਆ ਨੇ, ਬਸ ਸਿਰ ਦੇ ਉੱਤੇ ਇਹੋ ਜਿਹੇ ਭਾਰ ਚੁੱਕਿਆ ਜਿਹੜਾ ਕਿ ਨਿੰਦਾ ਇੱਕ ਵਾਰੀ ਵੱਡੀ ਗੱਲ ਹੈ। ਅਸੀਂ ਕਈ ਵਾਰੀ ਸੋਚਦੇ ਹਾਂ ਅਸੀਂ ਕਿਸੇ ਦੇ ਬੁਰਾ ਬੋਲਿਆ ਅਤੇ ਕੀ ਹੋਇਆ,
ਮਤਲਬ ਕੋਈ ਕਿਸੇ ਨੂੰ ਮਾਰਿਆ ਤਾਂ ਨਹੀਂ, ਚੋਰੀ ਤਾਂ ਨਹੀਂ ਕੀਤਾ, ਅਤੇ ਜਰਾ ਕੋਈ ਕਿਸੇ ਦਾ ਬੁਰਾ ਭਲਾ ਆਖਿਆ। ਪਰ ਨਿੰਦਾ ਗੁਰਬਾਣੀ ਵਿੱਚ ਕਿਹਾ ਗਿਆ, ਜਿੱਥੇ ਤੱਕ ਮੈਂ ਕਿੰਨੀ ਵਾਰੀ ਪੜ੍ਹਿਆ ਅਤੇ ਸਮਝਿਆ ਕਿ ਨਿੰਦਾ ਕਰਨੀ ਬਹੁਤ ਹੀ ਬੁਰੀ ਗੱਲ ਹੈ। ਮਤਲਬ ਸੋਚਣਾ ਹੀ, ਕਿਸੇ ਦੇ ਬਾਰੇ ਬੁਰਾ ਸੋਚਣਾ ਅਲੱਗ ਗੱਲ ਤੇ ਸ਼ੁਰੂ ਹੋ ਗਿਆ ਨਿੰਦਾ ਦੀ। ਪਰ ਜਦੋਂ ਅਸੀਂ ਮੁੱਖ 'ਤੇ ਬੋਲਦੇ ਹਾਂ ਅਤੇ ਫਿਰ ਉਹ ਨੈਗੇਟਿਵ ਐਨਰਜੀ ਜਿਹੜਾ ਮਨ ਵਿੱਚ ਹੈ ਉਹ ਅਸੀਂ ਮੁੱਖ 'ਤੇ ਲੈ ਆਉਂਦੇ ਹਾਂ, ਫਿਰ ਅਸੀਂ ਦੁਨੀਆ ਵਿੱਚ ਫੈਲਦੇ ਹਾਂ, ਅਤੇ ਜਿਵੇਂ ਅਸੀਂ ਡਿਜ਼ੀਜ਼ ਫੈਲਦੇ ਪਏ ਹਾਂ, ਗੰਦਗੀ ਫੈਲਾਉਂਦੇ ਪਏ ਹਾਂ। ਅਤੇ ਇਸ ਵਾਸਤੇ ਨਿੰਦਾ ਦੀ ਗੁਰੂ ਇੰਨਾ ਕਿਹਾ ਕਿ ਕੀ ਕਰਦੇ ਪਏ ਨੇ, ਆਪਣੇ ਸਿਰ ਦੇ ਉੱਤੇ ਇੰਨੀ ਵੱਡੀ ਭਾਰ ਚੁੱਕਿਆ ਕਿ ਅਸੀਂ ਕਦੀ ਇਸ ਤਰ੍ਹਾਂ ਸੋਚਿਆ ਕਿ ਮਤਲਬ ਕਿ ਇਹ ਪੌੜੀ ਜਿਹੜੀ ਹੈ ਗੁਰੂ ਕਿਹਦੇ ਬਾਰੇ ਗੱਲ ਕਰਨੇ, ਜਿਹੜੇ ਐਕਸਟ੍ਰੀਮ ਨੈਗੇਟਿਵ ਨੇ। ਨਿੰਦਾ ਉਸ ਦੇ ਵਿੱਚ ਆ ਜਾਂਦੀ ਹੈ। ਅਸੀਂ ਤਾਂ ਆਰਾਮ ਨਾਲ ਕਿਸੇ ਦਾ ਨਿੰਦਾ ਕਰ ਲੈਂਦੇ ਹਾਂ, ਅਸੀਂ ਤਾਂ ਆਰਾਮ ਨਾਲ ਕਿਸੇ ਦੇ ਬਾਰੇ ਬੁਰਾ ਸੋਚ ਲੈਂਦੇ ਹਾਂ, ਆਰਾਮ ਨਾਲ ਕਿਸੇ ਦੇ ਅਵਗੁਣ ਕੱਢ ਲੈਂਦੇ ਹਾਂ। ਅਵਗੁਣ ਕੱਢਣਾ ਵੀ ਤਾਂ ਨਿੰਦਾ ਕਰਨਾ ਹੈ। ਅਸੀਂ ਉਸ ਇੰਟੈਂਸ਼ਨ ਨਾਲ ਜੇ ਕਿਸੇ ਦਾ ਅਵਗੁਣ ਕਿਸੇ ਨੂੰ ਬਤਾਈਏ ਪਿਆਰ ਦੇ ਵਿੱਚ, ਕਿ ਤਾਂ ਕਿ ਅਸੀਂ ਚਾਹੁੰਦੇ ਹਾਂ ਕਿ ਉਹ ਠੀਕ ਹੋ ਜਾਏ, ਉਹ ਅਲੱਗ ਗੱਲ ਹੈ। ਪਰ ਗੁੱਸਾ ਦੇ ਨਾਲ ਜਾਂ ਡਿਸਰਿਸਪੈਕਟ ਦੇ ਨਾਲ ਕਿਸੇ ਨੂੰ ਨੀਵੇਂ ਕਰਨ ਲਈ ਜਾਂ ਕਿਸੇ ਦੇ ਦਿਲ ਦੁਖਾਉਣ ਲਈ ਅਸੀਂ ਇਹੋ ਜਿਹੀ ਗੱਲ ਕਰੀਏ ਅਤੇ ਫਿਰ ਸਾਡਾ ਕੋਈ ਹੱਕ ਨਹੀਂ। ਉਹ ਭਾਰ ਹੈ, ਉਸ ਸਿਰ ਦੇ ਉੱਤੇ ਬਹੁਤ ਵੱਡੀ ਕਰਮ ਦਾ ਭਾਰ ਅਸੀਂ ਚੁੱਕਿਆ ਹੋਇਆ ਅਤੇ ਅਸੀਂ ਉਸ ਨੂੰ ਸਮਝਦੇ ਨਹੀਂ। ਅਤੇ ਮੈਂ ਵੀ ਇਸ ਪੰਕਤੀ ਨੂੰ ਵੇਖ ਕੇ ਹੈਰਾਨ ਹਾਂ। ਗੁਰੂ ਜੀ ਨੇ ਨਿੰਦਾ ਦਾ ਵੀ ਗੱਲ ਕਰ ਲਿਆ। ਇਹ ਸੋਚਣ ਵਾਲੀ ਗੱਲ ਹੈ। ਅਸੰਗ ਮੂਰਖ ਅੰਧ ਕੋਰ, ਅਸੰਗ ਚੋਰ ਹਰਾਮ ਖੋਰ, ਅਸੰਗ ਅਮਰ ਕਰ ਜਾਹੇ ਜੋਰ, ਅਸੰਗ ਗਲਵੜ ਹੱਤਿਆ ਕਮਾਏ, ਅਸੰਗ ਪਾਪੀ ਪਾਪ ਕਰ ਜਾਏ, ਅਸੰਗ ਕੁੜਿਆਰ ਕੂੜੇ ਫਿਰਾਏ, ਅਸੰਗ ਮਲੇਚ ਮਲ ਪੱਕ ਖਾਏ, ਅਸੰਗ ਨਿੰਦਕ ਸਿਰ ਕਰੇ ਪਾਰ। ਇਹ ਸਾਰੇ ਨੈਗੇਟਿਵ ਗੱਲਾਂ ਨੇ ਜਿਹੜਾ ਕਿ ਗੁਰੂ ਜੀ ਸਾਨੂੰ ਪੁਆਇੰਟ ਆਊਟ ਕਰ ਰਹੇ ਕਿ ਅਸੀਂ ਇਹਦੇ ਵਿੱਚ ਹੈਗਾ, ਅਸੀਂ ਆਪਣੇ ਆਪ ਦੇ ਉੱਤੇ ਚੈੱਕ ਕਰਨਾ ਪਏਗਾ। ਅਤੇ ਅਗਲੀ ਪੰਕਤੀ ਵਿੱਚ ਦੇਖੋ ਜੀ ਗੁਰੂ ਜੀ ਕੀ ਕਹਿੰਦੇ, ਨਾਨਕ ਨੀਚ ਕਹੇ ਵਿਚਾਰ। ਹੁਣ ਗੌਰ ਕਰਿਓ, ਇੱਥੇ ਨਾਨਕ ਦੇ ਥੱਲੇ ਔਂਕੜ ਹੈ। ਗੁਰੂ ਨਾਨਕ ਆਪਣੇ ਆਪ ਨੂੰ ਕਹਿ ਰਹੇ ਨੇ ਕਿ ਮੈਂ ਨੀਚ ਹਾਂ, ਕਿ ਮੈਂ ਇਹੋ ਜਿਹੇ ਵਿਚਾਰ ਵੀ ਕਰਾਂ। ਮਤਲਬ ਕਿ ਫਿਰ ਇੱਥੇ ਅਸੀਂ ਨਾਨਕ ਬਣ ਜਾਂਦੇ ਹਾਂ, ਕਿਉਂਕਿ ਜਦੋਂ ਅਸੀਂ ਇਹ ਪੜ੍ਹ ਲੈਂਦੇ ਹਾਂ ਫਸਟ ਪਰਸਨ ਵਿੱਚ ਹੈ, ਤਾਂ ਮਤਲਬ ਮੈਂ ਨੀਚ ਕਹੇ ਵਿਚਾਰ। ਜੇ ਅਸੀਂ ਦੁਨੀਆ ਦੇ ਇਹੋ ਜਿਹੇ ਲੋਕਾਂ, ਮਤਲਬ ਅਸੀਂ ਇਸ ਤਰ੍ਹਾਂ ਬਣਨਾ ਨਹੀਂ, ਲੇਕਿਨ ਅਸੀਂ ਦੂਜਿਆਂ ਦੇ ਵਿੱਚ ਇਹ ਗੁਣ ਦੇਖ ਕੇ ਉਸਦੇ ਉੱਤੇ ਗੌਰ ਕਰਨਾ ਨਹੀਂ, ਅਤੇ ਕਿਸੇ ਅੱਗੇ ਜਾ ਕੇ ਗੱਲਾਂ ਵੀ ਕਰਨਾ ਨਹੀਂ। ਜਦੋਂ ਮਤਲਬ ਦੇਖ ਕੇ ਅੰਡਿਤ ਕਰਨ ਦੀ ਗੱਲ ਹੈ, ਬਣਨਾ ਨਹੀਂ ਹੈਗਾ ਅਸੀਂ ਇਸ ਤਰ੍ਹਾਂ। ਪਰ ਕਿਸੇ ਦੇ ਮਤਲਬ ਫਿੰਗਰ ਪੁਆਇੰਟ ਵੀ ਨਹੀਂ ਕਰਨਾ, ਕਿਉਂਕਿ ਜਦੋਂ ਅਸੀਂ ਕਿਸੇ ਦੇ ਪੁਆਇੰਟ ਕਰਨੇ ਹਾਂ ਅਤੇ 3 ਫਿੰਗਰ 'ਤੇ ਆਪਣੇ ਉੱਤੇ ਪੁਆਇੰਟ ਕਰ ਰਹੇ ਹਾਂ। ਅਤੇ ਇਸ ਵਾਸਤੇ ਧਿਆਨ ਕਰਿਓ, ਕਿਸੇ ਨੂੰ ਇਹ ਤੁਸੀਂ ਇਸ ਤਰ੍ਹਾਂ ਦੱਸਣ ਦੀ ਲੋੜ ਨਹੀਂ ਹੈਗਾ। ਇਹ ਕ੍ਰਿਟਿਸਿਜ਼ਮ ਨੇ, ਔਰ ਕ੍ਰਿਟਿਸਿਜ਼ਮ ਇੱਥੇ ਗੁਰੂ ਨੇ ਕਿਹਾ ਕਿ ਆਪਣੇ ਸਿਰ ਦੇ ਉੱਤੇ ਅਸੀਂ ਇੰਨੇ ਵੱਡੀ ਭਾਰ ਚੁੱਕਿਆ ਹੋਇਆ ਹੈ। ਫਿਰ ਗੁਰੂ ਜੀ ਉਹੀ ਉਹ ਪੰਕਤੀ ਦੁਹਰਾਉਂਦੇ ਨੇ, ਨਾ ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਹੀ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮਤਲਬ ਤੂੰ ਜੋ ਕਰ ਰਿਹਾ ਹੈ ਮੈਂ ਉਸ ਨੂੰ ਸਮਝ ਨਹੀਂ ਸਕਦੀ ਹਾਂ, ਲੇਕਿਨ ਜੋ ਵੀ ਤੁਸੀਂ ਕਰ ਰਹੇ ਹੋ ਬਹੁਤ ਵਧੀਆ ਹੈ। ਵਾਰਿਆ ਨਾ ਜਾਵਾਂ ਇੱਕ ਵਾਰ, ਇਹ ਵਾਹ ਦੀ ਗੱਲ ਹੈ ਕਿ ਮੈਂ ਮਤਲਬ ਮੈਨੂੰ ਗੱਲ ਮਤਲਬ ਇੰਨੀ ਤੁਸੀਂ ਅੱਛੇ ਹੋ ਕਿ ਮੈਂ ਜੋ ਵੀ ਮੇਰੇ ਕੋਲ ਹੈ ਮੈਂ ਸਾਰਾ ਉਹ ਤੁਹਾਡੇ 'ਤੇ ਸੁੱਟ ਦਿਆਂ ਤਾਂ ਵੀ ਮੇਰੀ ਕੋਈ ਕੀਮਤ ਨਹੀਂ, ਤੇਰੇ ਅੱਗੇ ਮੇਰੀ ਕੋਈ ਕੀਮਤ ਨਹੀਂ। ਇਸ ਤਰ੍ਹਾਂ ਹੈ, ਜੋ ਤੂੰ ਭਾਵੇਂ ਸਹੀ ਭਲੀਕਾਰ, ਪਰ ਜੋ ਤੂੰ ਕਰ ਰਿਹਾ ਸਹੀ ਕਰ ਰਿਹਾ, ਮੈਨੂੰ ਸ਼ਾਇਦ ਸਮਝ ਨਹੀਂ। ਇਹ ਸਾਰਾ ਕੁਛ ਨੈਗੇਟਿਵ ਬੋਲ ਕੇ, ਮਤਲਬ ਕਿ ਡਾਕੂ ਦਾ, ਕਿਸੇ ਦਾ ਗਲਵੜ ਦਾ, ਕਿਸੇ ਦੇ ਹੱਤਿਆ ਦੀ ਗੱਲ ਹੋ ਰਹੀ ਹੈ। ਫਿਰ ਵੀ ਗੁਰੂ ਜੀ ਕਹਿੰਦੇ ਨੇ ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਹੀ ਭਲੀਕਾਰ। ਜੋ ਮੈਂ ਆਪ ਜੀ ਦੇ ਨਾਲ ਪਹਿਲੀ ਐਪੀਸੋਡ ਵਿੱਚ ਵੀ ਇਸ ਮਤਲਬ ਅਸੰਖ ਦੇ ਐਪੀਸੋਡ ਵਿੱਚ ਵੀ ਗੱਲ ਕੀਤੀ ਸੀ ਕਿ ਕੀ ਅਸੀਂ ਐਕਸਪੀਰੀਅੰਸ ਕਰ ਸਕਦੇ ਹਾਂ, ਕਿ ਅਸੀਂ ਆਪਣੇ ਉੱਤੇ ਸਵਾਲ ਕਰ ਸਕਦੇ ਹਾਂ ਕਿ ਮੇਰੇ ਨਾਲ ਜੋ ਮਰਜ਼ੀ ਹੋਏ ਮੈਂ ਉਸ ਦੇ ਭਾਣਾ ਵਿੱਚ ਸਮਝਾਂ
ਕਿ ਉਸ ਦੀ ਪਾਣਾ ਉਹ ਕਰਾ ਰਿਹਾ, ਉਹ ਕਰ ਰਿਹਾ, ਉਹ ਮਾਲਕ ਹੈ, ਉਹ ਇਸ ਧਰਤੀ ਨੂੰ ਚਲਾ ਰਿਹਾ ਅਤੇ ਮੈਂ ਉਸ ਦੀ ਹੁਕਮ ਵਿੱਚ ਹੀ ਚੱਲ ਰਹੀ ਹਾਂ ਅਤੇ ਜੋ ਵੀ ਹੋ ਰਿਹਾ ਉਸ ਦੀ ਹੁਕਮ ਵਿੱਚ ਹੀ ਹੋ ਰਿਹਾ। ਮੈਨੂੰ ਬੇਸ਼ੱਕ ਉਹ ਗੱਲ ਚੰਗੀ ਨਾ ਵੀ ਲੱਗੇ, ਉਸ ਦੇ ਹੁਕਮ ਵਿੱਚ ਹੀ ਹੋ ਰਿਹਾ। ਇੱਥੇ ਅਸੀਂ ਕਿਸੇ ਨੂੰ ਗਲਤ ਵਿਚਾਰਾਂਗੇ ਅਤੇ ਫਿਰ ਇਹ ਗੱਲ ਪੈਂਦੀ ਹੈ, ਨਾਨਕ ਨੀਚ ਕਹੇ ਵਿਚਾਰ। ਅਤੇ ਇਹ ਸਾਰਾ ਕੁਛ ਗੁਰੂ ਨਾਨਕ ਨੇ ਆਪਣੇ ਵਾਸਤੇ ਕਿਉਂ ਆਖਿਆ? ਕਿਉਂਕਿ ਇਹ ਉਹਨਾਂ ਨੇ ਪੰਕਤੀਆਂ ਬੋਲੀਆਂ ਨੇ, ਉਚਾਰਿਆ ਨੇ। ਇਸ ਵਾਸਤੇ ਇਹ ਪੰਕਤੀਆਂ ਬੋਲਣ ਜਾਂ ਉਚਾਰਨ ਦੇ ਵਿੱਚ ਵੀ ਗਲਤ ਕਰ ਰਹੇ ਹਾਂ। ਉਹ ਕਿਉਂ ਇਹ ਲਿਖਿਆ ਨੇ? ਤਾਂ ਕਿ ਸਾਨੂੰ ਪਤਾ ਲੱਗੇ ਕਿ ਅਸੀਂ ਇਹੋ ਜਿਹੀਆਂ ਗੱਲਾਂ ਨਾ ਉਚਾਰੀਏ, ਇਹੋ ਜਿਹੀਆਂ ਗੱਲਾਂ ਸੋਚੀਏ ਵੀ ਨਾ, ਅਤੇ ਉਸ ਦੇ ਪਾਣੇ ਵਿੱਚ ਹੀ ਚੱਲਦੇ ਰਹੀਏ ਅਤੇ ਉਸ ਨੂੰ ਸਹੀ ਸਮਝੀਏ ਕਿ ਜੋ ਵੀ ਹੋ ਰਿਹਾ, ਕੋਈ ਜਿੰਨੀ ਮਰਜ਼ੀ ਭੈੜੀ ਗੱਲ ਹੋ ਰਿਹਾ, ਮੇਰੇ ਨਾਲ ਜਿੰਨੀ ਮਰਜ਼ੀ ਕੁਛ ਹੋ ਰਿਹਾ, ਮੈਂ ਉਸਨੂੰ ਗਲਤ ਨਾ ਸਮਝਾਂ। ਉਸਨੂੰ ਉਸਦੇ ਪਾਣੇ ਜੋ ਤੁਧ ਪਾਵੇ ਸਹੀ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਹਮੇਸ਼ਾ ਸਲਾਮਤ ਹੈ ਅਤੇ ਮੈਨੂੰ ਵੀ ਤੂੰ ਸਲਾਮਤ ਰੱਖੇਗਾ। ਹਾਰ ਕੇ ਮੈਂ ਤੇਰੇ ਕੋਲ ਹੀ ਆਉਣਾ ਹੈ। ਮੈਂ ਹੈ ਅਤੇ ਮੈਂ ਆਤਮਾ, ਤੂੰ ਪਰਮਾਤਮਾ, ਪਰਮਧਾਮ ਵਿੱਚ ਰਹਿਣ ਵਾਲਾ, ਅਤੇ ਮੈਂ ਜਾਣਾ ਕਿੱਥੇ? ਤੇਰੇ ਕੋਲ ਹੀ ਤਾਂ ਆਉਣਾ। ਅਤੇ ਇਹੋ ਜਿਹੀਆਂ ਗੱਲਾਂ ਅਸੀਂ ਜਦੋਂ ਸੁਣਦੇ ਹਾਂ ਅਤੇ ਸ਼ੁਕਰ ਕਰੀਦਾ ਇੱਕ ਤਾਂ ਅਕਾਲ ਪੁਰਖ ਦੀ ਕਿ ਅਸੀਂ ਸ਼ੁਕਰ ਹੈ ਕਿ ਅਸੀਂ ਇਹਨਾਂ ਵਿੱਚੋਂ ਤਾਂ ਨਹੀਂ। ਸਿਰਫ ਇੱਕ ਇਹ ਪੰਕਤੀ ਹੈ ਜਿਹੜੀ ਅਸੰਗ ਨਿੰਦਕ ਸਿਰ ਕਰੇ ਪਾਸ, ਸ਼ਾਇਦ ਸਾਡੇ ਅਸੀਂ ਨਿੰਦਾ ਕਰਨੇ। ਮੈਂ ਜ਼ਰੂਰ ਸਮਝੇ ਸਾਡੇ ਦਰਸ਼ਕਾਂ ਆਪ ਜੀ ਦੇ ਵਿੱਚੋਂ ਕੋਈ ਡਾਕਾ, ਚੋਰੀ, ਅਸੀਂ ਇਹੋ ਜਿਹੇ ਹਰਕਤਾਂ ਤਾਂ ਨਹੀਂ ਕਰਦੇ, ਪਰ ਨਿੰਦਾ ਵੀ ਕਈ ਵਾਰੀ ਅਸੀਂ ਕਰ ਲੈਂਦੇ ਹਾਂ। ਅਤੇ ਕਈ ਵਾਰੀ ਅਸੀਂ ਸੋਚਦੇ ਹਾਂ ਅਸੀਂ ਕਿਸੇ ਦੇ ਭਲਾ ਵਾਸਤੇ ਉਸਦੇ ਅਵਗੁਣ ਕੱਢਦੇ ਹਾਂ। ਨਹੀਂ, ਕਿਸੇ ਦੇ ਅਵਗੁਣ ਕੱਢਣਾ ਅਤੇ ਉਹਨਾਂ ਦੇ ਦਿਲ ਦੁਖਾਉਣਾ, ਇਹ ਕਦੀ ਭਲਾ ਨਹੀਂ ਹੋ ਸਕਦਾ। ਉਹ ਅਕਾਲ ਪੁਰਖ ਆਪੇ ਹੀ ਜਗਾਏਗਾ। ਜੇ ਸਾਡੇ ਵਿੱਚ ਕਿੰਨੇ ਕੁ ਅਸੀਂ ਚੰਗੇ ਹਾਂ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਇਹ ਗੁਰਬਾਣੀ ਦੀ ਪੰਕਤੀ ਮੈਨੂੰ ਬੜੀ ਚੰਗੀ ਲੱਗਦੀ ਹੈ। ਅਸੀਂ ਸਮਝਦੇ ਹਾਂ ਅਸੀਂ ਚੰਗੇ ਅਤੇ ਦੂਜੇ ਸਾਰੇ ਭੈੜੇ ਨੇ ਅਤੇ ਆਪਣੇ ਆਪ ਨੂੰ ਅਸੀਂ ਭਲਾ ਮਾਨ ਸਮਝਦੇ। ਇਸ ਤਰ੍ਹਾਂ ਦੇ ਥਿੰਕਿੰਗ ਸਾਨੂੰ ਈਗੋ ਵਿੱਚ ਲੈ ਜਾਂਦੀ ਹੈ ਅਤੇ ਗੁਰੂ ਇੱਥੇ ਦੱਸ ਰਹੇ ਨੇ ਕਿ ਅਵਗੁਣ ਜਾਂ ਨਿੰਦਾ ਕੋਈ ਲੋੜ ਨਹੀਂ ਕਰਨ ਦੀ। ਪਿਆਰ ਨਾਲ ਕਿਸੇ ਨੂੰ ਸਮਝਾਓ, ਅਲੱਗ ਗੱਲ ਹੈ। ਪਿਆਰ ਨਾਲ ਕਿਸੇ ਨੂੰ ਦੱਸਣਾ ਜਾਂ ਸਤਸੰਗ ਵਿੱਚ ਲਿਆਉਣਾ ਵੱਡੀ ਗੱਲ ਹੈ, ਚੰਗੀ ਗੱਲ ਹੈ। ਕਿਸੇ ਨੂੰ ਸਤਸੰਗ ਵਿੱਚ ਲਿਆਓ, ਉਹ ਆਪਣੇ ਆਪ ਉਹ ਦੇਖਣਗੇ ਕਿ ਮੈਂ ਇਹ ਗੱਲਾਂ ਕਰ ਰਹੀ ਹਾਂ ਕਿ ਨਹੀਂ। ਇੱਕ ਓਂਕਾਰ ਦੀ ਗੱਲ ਹੋ ਰਹੀ ਹੈ, ਇੱਕ ਪਰਮ ਪਿਤਾ। ਥੈਂਕ ਯੂ ਆਪ ਜੀ ਦਾ, ਹਮੇਸ਼ਾ ਵਰਗਾ ਆਪ ਜੀ ਨੇ ਸਾਥ ਦਿੱਤਾ। ਓਮ ਸ਼ਾਂਤੀ, ਸਤਿ ਸ੍ਰੀ ਅਕਾਲ।